ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਭਗਤ ਕਬੀਰ ਜੀਓ ਕੇ। कबीर चोट सहेली सेल की लागत ले उसास, चोट सहारे शब्द की तास गुरु मैं दास। ਜੇ ਆਪਾਂ ਪਿਛਲੇ ਸਲੋਕ ਨੂੰ ਵਿਚਾਰ ਕੇ ਚੱਲੀਏ ਨਾਲ ਹੀ ਇਹ ਲੜੀ ਹੈ, ਇੱਕ ਦੂਜੇ ਨਾਲ ਸਲੋਕ ਇਹ ਜੁੜੇ ਹੋਏ ਨੇ ਜਿਵੇਂ ਮਾਲਾ ਦੇ ਮਣਕੇ। ਪਿੱਛੇ ਭਗਤ ਜੀ ਨੇ ਸਮਝਾਇਆ ਸੀ ਆਪਾਂ ਨੂੰ, ਲਾਗੀ ਚੋਟ ਮੁਰਮਕੀ ਜਿਨ੍ਹਾਂ ਦੇ ਜਿਹਨੂੰ ਭੇਦ ਆਇਆ ਗੁਰੂ ਸ਼ਬਦ ਦੇ ਗਿਆਨ ਨਾਲ, ਉਹਨਾਂ ਦਾ ਮਨ ਠੌਰ ਭਾਵ ਟਿਕ ਗਿਆ। ਇੱਥੇ ਭਗਤ ਜੀ ਕਿਸੇ ਧਾਰਮਿਕ ਆਗੂ ਨੂੰ ਸਮਝਾ ਰਹੇ ਨੇ, ਕਹਿੰਦੇ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੈ ਉਸਾਸ। ਜਿਵੇਂ ਕੋਈ ਸਰੀਰ 'ਤੇ ਸਾਡੇ ਚੋਟ ਪੈਂਦੀ ਹੈ ਅਤੇ ਅਸੀਂ ਉਹਦਾ ਇਲਾਜ ਕਰਾ ਲੈਂਦੇ ਹਾਂ। ਦੋ ਹੀ ਤਾਂ ਡਾਕਟਰ ਨੇ ਸੰਸਾਰ 'ਚ, ਕੁਦਰਤ ਨੇ ਬਣਾਏ ਨੇ, ਅਸੀਂ ਨਹੀਂ ਬਣਾਏ, ਕੁਦਰਤ ਨੇ ਬਣਾਏ ਨੇ। ਆਤਮਾ ਦਾ ਵੈਦ ਗੁਰੂ ਗੋਬਿੰਦ ਦਾ, ਸਰੀਰ ਕਰਕੇ ਬਾਹਰਲੇ ਡਾਕਟਰ ਨੇ। ਪਰ ਅਸੀਂ ਭਰਮ ਦੇ ਵਿੱਚ ਗੇੜੇ ਕੱਢਦੇ ਰਹਿੰਦੇ ਹਾਂ, ਸਾਨੂੰ ਗਿਆਨ ਨਹੀਂ ਹੁੰਦਾ। ਸਰੀਰ ਖਾਤਰ ਉਹਨੇ ਬਾਹਰ ਡਾਕਟਰ ਬਣਾਏ ਨੇ, ਅੰਤਰਾਤਮਾ ਖਾਤਰ ਬਾਣੀ ਹੈ, ਨਾਮ ਸਰਬ ਰੋਗ ਕਾ ਔਖਦ ਨਾਮ। ਸਰਬ ਰੋਗ ਤੋਂ ਭਾਵ 84 ਲੱਖ ਜੂਨੀ ਤੋਂ ਛੁਟਕਾਰਾ ਜੇ ਕਿਸੇ ਨੇ ਕਰਨਾ, ਨਾਮ ਤਾਂ ਫਿਰ ਉਹਦੀ ਕਿਰਪਾ ਨਾਲ ਮਿਲਣਾ ਭਾਈ, ਉਹਨੂੰ ਸਮਝਣਾ ਪਊਗਾ। ਅਸੀਂ ਭੁਲੇਖੇ ਦੇ ਵਿੱਚ ਜਿਹੜੇ ਸਰੀਰ ਕਰਕੇ ਧਰਮ ਕਰਮ ਕਰਦੇ ਹਾਂ, ਉਹਨੂੰ ਹੀ ਧਰਮ ਸਮਝ ਲੈਂਦੇ। ਉਹ ਸਰੀਰ ਕਰਕੇ ਨੇ ਭਾਈ ਸਾਰੇ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ, ਤਾਈਓ ਆਪਾਂ ਕਿਰਾਏ ਪੈ ਜਾਂਦੇ ਹਾਂ। ਸਾਧ ਸੰਗਤੀ ਕੈਸੇ ਜਾਣੀਏ, ਇਹ ਸਾਧ ਸੰਗਤ ਕੀ ਹੁੰਦੀ ਹੈ ਉਹ ਤਾਂ ਜਾਣਨੀ ਸੀ ਆਪਾਂ। ਜਿਹੜੀ ਬਾਹਰ ਹੈ ਉਹ ਤਾਂ ਆਪਾਂ ਸਮਝਣਾ ਮਾ ਵੀ ਉਹ ਕੀ ਹੈ। ਦੋ ਪੱਖ ਆਪਾਂ ਨੂੰ ਬਾਣੀ ਸਮਝਾਉਂਦੀ ਹੈ। ਜਿੱਥੇ ਇੱਕੋ ਨਾਮ ਬਖਾਣੀਏ, ਉਹ ਕਿੱਥੇ ਹੈ ਫਿਰ ਨਾਮ? ਸਤਿਗੁਰ ਤਾਂ ਸਮਝਾਉਂਦੇ ਜਿਹੜੀ ਉਹ ਸਾਧ ਸੰਗਤ ਹੈ ਉੱਥੇ ਤਾਂ ਫਿਰ ਨਾਮ ਦਾ ਵਿਖਿਆਨ, ਉਹ ਕਿੱਥੇ? ਉਹ ਦੇਵ ਲੋਕ ਹੈ ਭਾਈ। ਉਹ ਰਾਜ ਸਭਾ ਵੀ ਕਿਹਾ ਉਹਨੂੰ ਬਾਣੀ ਵਿੱਚ, ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ, ਪੰਚਾਲੀ ਕੋ ਰਾਜ ਸਭਾ ਮੇਂ ਰਾਮ ਨਾਮ ਸੋਧਾਈ। ਉੱਥੇ ਜਾ ਕੇ ਆਪਾਂ ਨੂੰ ਸਮਝ ਆਉਣੀਆਂ, ਧਿਆਨ ਕਰਕੇ ਆਪਾਂ ਉੱਥੇ ਪਹੁੰਚਣਾ। ਪਰ ਆਪਾਂ ਤਾਂ ਸਰੀਰ ਨਾਲ ਜੁੜੇ ਬੈਠੇ ਹਾਂ। ਜਿਹੜੇ ਆਪਾਂ ਧਰਮ ਕਰਮ ਕਰਦੇ ਹਾਂ ਉਹ ਸਾਰੇ ਸਰੀਰ ਕਰਕੇ ਕਰਦੇ ਹਾਂ। ਉਹ 'ਚੋਂ ਫਿਰ ਆਪਾਂ ਨੂੰ ਹੰਕਾਰ ਪੈਦਾ ਹੋ ਜਾਂਦਾ, ਗੁਰੂ ਤੋਂ ਆਪਾਂ ਵਾਂਝੇ ਰਹਿ ਜਾਂਦੇ ਹਾਂ। ਗੁਰੂ ਘਰ ਜਾ ਕੇ ਵੀ ਜਿੱਥੇ ਗੁਰੂ ਦੇ ਪਿਆਰੇ ਬਾਣੀ ਨੂੰ ਵਿਚਾਰਦੇ ਨੇ, ਇਹ ਸਿੱਖੀ ਲੈਣੀ ਆ ਆਪਾਂ। ਮੁਕਤੀ ਦਾ ਘਰ ਹੈ ਗੁਰੂ। ਪਰ ਆਪਾਂ ਗੁਰੂ ਘਰਾਂ ਜਾ ਕੇ ਉਹਨਾਂ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗ ਜਾਂਦੇ ਹਾਂ, ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ, ਸਾਰੇ ਧਰਮਾਂ ਨੂੰ ਸਮਝਾਇਆ। ਫਿਰ ਆਪਾਂ ਨੂੰ ਉੱਥੋਂ ਕੀ ਮਿਲਣਾ ਸੀਗਾ ਜਦੋਂ ਆਪਾਂ ਐਡੇ ਵੱਡੇ ਗੁਰੂ ਨੂੰ ਉਪਦੇਸ਼ ਕਰਨ ਲੱਗ ਗਏ? ਜਦ ਕਿ ਆਪਾਂ ਸੁਣਨਾ ਸੀਗਾ, ਵਿਧੀ ਸੀਗੀ ਇਹਦੀ। ਜਪਜੀ ਸਾਹਿਬ ਵੀ ਆਪਾਂ ਰੋਜ਼ ਪੜ੍ਹਦੇ ਹਾਂ, 10 ਪੌੜੀਆਂ ਨੇ, ਸੁਣੀਏ ਤੱਕ ਸੁਣੀਏ ਸਤ ਸੰਤੋਖ ਗਿਆਨ। ਪਰ ਅਸੀਂ ਸੁਣਦੇ ਹੀ ਨਹੀਂ ਅਤੇ ਸੁਣਾਉਣ ਚਲੇ ਜਾਂਦੇ। ਬੱਚਾ ਵੀ ਨਹੀਂ ਸਕੂਲ 'ਚ ਪੜ੍ਹ ਸਕਦਾ ਭਾਈ ਜੇ ਟੀਚਰ ਦੀ ਨਹੀਂ ਸੁਣਦਾ ਉਹ। ਇਹ ਤਾਂ ਫਿਰ ਬਹੁਤ ਵੱਡੀ ਇੱਕ ਭਗਤੀ ਹੈ, ਬਹੁਤ ਵੱਡਾ ਧਰਮ ਹੈ, ਸਾਰਿਆਂ ਤੋਂ ਉੱਚੀ ਸੋਝੀ ਹੈ। ਰੱਬ ਕਾ ਸਿਮਰਨ ਸਭ ਤੋਂ ਉੱਚਾ ਆਪਾਂ ਕਹਿੰਦੇ ਵੀ ਹਾਂ, ਪਰ ਆਪਾਂ ਸੁਣਦੇ ਤਾਂ ਹੈ ਹੀ ਨਹੀਂ ਗੇ। ਜੇ ਨਹੀਂ ਸੁਣਾਂਗੇ ਫਿਰ ਆਪਣੇ ਪੱਲੇ ਕੁਛ ਨਹੀਂ ਪੈਣਾ ਹੈਗਾ। ਇਹ ਵਿਧੀ ਹੈ, ਆਇਓ ਸੁਣ ਪੜ੍ਹਨ ਕੋ ਬਾਣੀ। ਸੁਣਨੀ ਹੈ, ਸੁਣ ਕੇ ਪੜ੍ਹ ਕੇ ਫਿਰ ਵਿਚਾਰਨੀ ਹੈ। ਆਪਣੀ ਮੱਤ ਨਾਲ ਆਪਾਂ ਇਹਨੂੰ ਸਮਝ ਲਈਏ ਕਦੇ ਵੀ ਨਹੀਂ ਹੋ ਸਕਦਾ। ਸਤਿਗੁਰ ਤਾਂ ਸਮਝਾਉਂਦੇ ਆ, ਮੇਰੀ ਮੱਤ ਥੋੜ੍ਹੀ ਤੂੰ ਸਮਰੱਥ ਵੱਡਾ ਰਾਮ। ਫਿਰ ਸਾਡੀ ਕਿੱਡੀ ਮੱਤ ਕੋਈ? ਇਹ ਗੁਰ ਕੀ ਮੱਤ ਨਾਲ ਪੜ੍ਹੀ ਜਾਣੀ ਹੈ। ਰਹਿ ਰਾਸ ਵੀ ਆਪਾਂ ਰੋਜ਼ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਈ। ਇਹ ਸਿੱਖਿਆ ਲੈਣੀ ਹੈ ਗੁਰੂ ਦੀ, ਗੁਰਸ਼ਬਦ ਦੀ। ਫਿਰ ਇਹ ਜੋਤ ਗਿਆਨ ਦੀ ਪ੍ਰਗਟ ਹੁੰਦੀ ਹੈ। ਫਿਰ ਸਾਰੀ ਖੇਲ ਸਮਝ ਆ ਜਾਂਦੀ। ਮਨ ਬੁੱਧੀ ਹੌਲੀ ਹੌਲੀ ਮੋਹ ਮਾਇਆ ਦੇ ਨਸ਼ੇ ਤੋਂ, ਕ੍ਰੋਧ ਤੋਂ, ਵਿਕਾਰਾਂ ਤੋਂ ਮੁਕਤ ਹੁੰਦੇ ਰਹਿੰਦੇ ਨੇ। ਇੱਕ ਦਿਨ ਐਸਾ ਆ ਜਾਂਦਾ ਹੈ, ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਫਿਰ ਉਹ ਦੁਵਿਧਾ ਸੰਸਾਰ ਉਹ ਆਤਮਾ ਦਾ ਖਤਮ ਹੋ ਜਾਂਦਾ, ਜਿਹੜੇ ਇਹ ਰਾਹ 'ਤੇ ਚੱਲਦੇ ਨੇ ਗੁਰੂ ਭਗਤਾਂ ਦੇ ਦਰਸਾਏ। ਆਪਾਂ ਆਪਣੀ ਮੱਤ ਦਾ ਤਿਆਗ ਕਰਨਾ ਹੈ, ਗੁਰ ਕੀ ਮੱਤ ਲੈਣੀ ਹੈ। ਇੱਥੇ ਭਗਤ ਜੀ ਸਮਝਾਉਂਦੇ ਨੇ, ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੈ ਅਹਿਸਾਸ। ਕੋਈ ਵੀ ਸਾਡੇ 'ਤੇ ਸਰੀਰ ਕਰਕੇ ਜੋ ਮਾਰ ਪੈਂਦੀ ਹੈ, ਭਗਤ ਜੀ ਕਹਿੰਦੇ ਨੇ ਵੀ ਸਾਹ ਤਾਂ ਨਹੀਂ ਬੰਦ ਹੋਇਆ, ਸਰੀਰ ਤਾਂ ਚੱਲ ਰਿਹਾ ਵਾ। ਕਹਿੰਦੇ ਇੱਧਰ ਆ ਜਾਓ ਫਿਰ ਦੂਜੇ ਪਾਸੇ। ਚੋਟ ਸਹਾਰੇ ਸ਼ਬਦ ਕੀ, ਕਿਸੇ ਧਾਰਮਿਕ ਆਗੂ ਨੂੰ ਸਮਝਾ ਰਹੇ ਨੇ। ਇਹਦੀ ਵਿਚਾਰ ਕਰ ਭਾਈ ਤੂੰ, ਫਿਰ ਇਹਦੀ ਚੋਟ ਸਹਾਰ ਕੇ ਦਿਖਾ। ਜੇ ਤੂੰ ਇਹ ਸਹਾਰ ਲੈਣਾ ਫਿਰ ਤੂੰ ਮੇਰਾ ਗੁਰੂ ਹੈ।
ਮੈਂ ਉਹਦਾ ਗੁਰੂ, ਉਹ ਮੇਰਾ ਗੁਰੂ ਆ। ਕਬੀਰ ਜੀ ਕਹਿੰਦੇ, ਜਿਵੇਂ ਦਸਮ ਪਾਤਸ਼ਾਹ ਨੇ ਆਪਾਂ ਨੂੰ ਚੌਪਾਈ ਸਾਹਿਬ ਸਮਝਾਇਆ, ਆਦਿ ਅੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਮਹਾਰਾਜ। ਸਾਰਿਆਂ ਦਾ ਗੁਰੂ ਇੱਕ ਹੀ ਹੈ, ਉਹ ਸ਼ਕਤੀ ਹੈ, ਉਹ ਸਾਡੀ ਮਨ ਬੁੱਧੀ ਦੀ ਫਕੜ ਤੋਂ ਪਰੇ ਹੈ। ਪਹਿਲਾਂ ਆਪਣਾ ਮਿਲਾਪ ਹੋਣਾ ਗੁਰ ਨਾਲ, ਸਭ ਤੋਂ ਪਹਿਲਾਂ ਆਪਣਾ ਬਾਣੀ ਨਾਲ, ਗੁਰ ਸ਼ਬਦ ਨਾਲ ਵਾਹ ਪੈਣਾ ਵਾ। ਅੱਖਾਂ ਦੇਖਦੀਆਂ ਨੇ, ਕੀ ਦੇਖਦੀਆਂ? ਦਰਸ਼ਨ ਕਰਦੀਆਂ ਅੱਖਰਾਂ ਦਾ। ਅੱਖਰੀਂ ਲਿਖਣ ਬੋਲਣ ਬਾਣ, ਫਿਰ ਇਹਨੂੰ ਬਾਣੀ ਕਿਹਾ ਜਾਂਦਾ ਹੈ। ਅੱਖਰਾਂ ਸਿਰ ਸੰਜੋਗ ਬਖਾਣ, ਫਿਰ ਜਿਹੜਾ ਗਿਆਨ ਪੈਦਾ ਹੁੰਦਾ ਹੈ ਉਹ ਸੰਜੋਗ ਮਿਲਾਪ ਹੈ ਆਪਣਾ। ਜਿਹੜੇ ਕਰ ਲੈਣਗੇ ਆਪਦੇ ਘਰ ਪਹੁੰਚ ਜਾਣਗੇ, ਨਹੀਂ ਫਿਰ ਤਾਂ ਚੋਟ ਤਾਂ ਪੈਂਦੀਆਂ ਰਹਿਣਗੀਆਂ, ਪਿੱਛੇ ਆਪਾਂ ਵਿਚਾਰਿਆ ਹੀ ਹੈ। ਫਿਰ ਪੀਰ ਮਾਰੇ ਬਹੁਤ ਪੁਕਾਰਿਆ, ਪੀਰ ਪੁਕਾਰੇ ਔਰ ਚੋਟ ਸਹਾਰੇ ਸ਼ਬਦ ਕੀ, ਤਾਸ ਗੁਰੂ ਮੈਂ ਤਾਸ। ਇਹ ਗੁਰ ਸ਼ਬਦ ਗਿਆਨ ਰੂਪੀ ਉਪਦੇਸ਼, ਇਹਦੇ ਨਾਲ ਆਪਾਂ ਜੁੜਨਾ ਵਾ, ਫਿਰ ਆਪਣਾ ਸੰਸਾਰ 'ਤੇ ਆਉਣਾ, ਸਫਲ ਹੋਣਾ ਵਾ। ਦਸਮ ਪਾਤਸ਼ਾਹ ਨੇ ਵੀ ਸਮਝਾਇਆ, ਗਿਆਨ ਗੁਰੂ ਆਤਮ ਉਪਦੇਸੋ। ਇਹ ਆਤਮ ਉਪਦੇਸ਼ ਹੈ, ਸਾਰਿਆਂ ਖਾਤਰ ਹੀ ਹੈ। ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤੀ ਹੋਏ। ਉਹਦੀ ਗਤੀ ਹੋਊਗੀ, ਕੋਈ ਵੀ ਹੋਵੇ। ਦੇਖਦੇ ਹੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮਝ ਆਉਂਦੀ ਹੈ, ਵਿਚਾਰ ਕੇ ਪੜ੍ਹ ਕੇ, ਜਿਵੇਂ ਜਿਵੇਂ ਭਗਤ ਗੁਰੂ ਸਾਹਿਬਾਨ ਦੂਜੀਆਂ ਮੱਤਾਂ 'ਚੋਂ ਆ ਕੇ ਇੱਕ ਹੋਏ ਨੇ, ਆਪਾਂ ਵੀ ਤਾਂ ਇੱਕ ਹੋਣਾ। ਬਾਣੀ ਆਪਾਂ ਨੂੰ ਇੱਕ ਦਾ ਗਿਆਨ ਦਿੰਦੀ ਹੈ। ਜਾ ਯੁਗ ਮੇ ਇੱਕ ਇੱਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ, ਹੁਣ ਫਿਰ ਇੱਕ ਹੋ ਜਾਣਾ ਆਪਾਂ ਗੁਰੂ ਦੀ ਕਿਰਪਾ ਨਾਲ। ਆਪਾਂ ਇਹ ਲੈਣੀ ਆਪਾਂ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਯੁਕਤ ਪਛਾਣਨੀ। ਇਹ ਯੁਕਤੀ ਵਿਧੀ ਉਹਨੂੰ ਸਮਝ ਆਉਂਦੀ ਹੈ ਜਿਹਦੇ ਗੁਰ ਕਿਰਪਾ ਹੁੰਦੀ ਹੈ। ਗੁਰ ਕਿਰਪਾ ਤੋਂ ਭਾਵ ਗੁਰ ਸ਼ਬਦ ਦਾ ਗਿਆਨ, ਦਾਤੇ ਦੀ ਰਹਿਮਤ ਹੋ ਜਾਣੀ, ਕਿਸੇ 'ਤੇ ਵੀ ਹੋ ਸਕਦੀ ਹੈ। ਆਪਾਂ ਵੀ ਭਾਈ ਲੈਣੀ ਹੈ ਇਹ, ਜੋ ਭਗਤ ਜੀ ਨੇ ਸਮਝਾਇਆ। ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੈ ਉਸਾਸ, ਚੋਟ ਸਾਰੇ ਸ਼ਬਦ ਕੀ ਤਾਸ ਗੁਰੂ ਮੈਂ ਦਾਸ। ਇਹ ਦਾਸਾਂ ਦਾ ਮਾਰਗ ਹੈ। ਆਪਾਂ ਵੀ ਸਿਰ ਨੀਵਾਂ ਕਰਕੇ ਇੱਧਰ ਚੱਲਦੇ ਰਹਿਣਾ। ਜਿਵੇਂ ਨਦੀਆਂ ਪਵੇ ਵਾਹ ਸਮੁੰਦਰ ਨਾ ਜਾਣੀਏ, ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ, ਪਰ ਇੱਕ ਦਿਨ ਸਮੁੰਦਰ ਦਾ ਰੂਪ ਹੋ ਜਾਂਦੇ ਨੇ। ਐਵੇਂ ਗੁਰਸਿੱਖ ਆਤਮਾ ਕਰਕੇ, ਸਰੀਰ ਕਰਕੇ ਤਾਂ ਆਪਾਂ ਪੂਰਨ ਹੋ ਜਾਂਦੇ ਹਾਂ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਉਹ ਗੁਰਸਿੱਖ ਵੀ ਫਿਰ ਗੁਰੂ ਦਾ ਰੂਪ ਹੋ ਜਾਂਦੇ ਨੇ। ਆਪਾਂ ਵੀ ਪ੍ਰਾਪਤੀ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।